ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ ਦੇ ਕੇਸ ਵੱਧ ਰਹੇ ਨੇ। ਕਈ ਸੂਬਿਆਂ ਵਿੱਚ ਸਰਕਾਰਾਂ ਨੂੰ ਮੁੜ ਕੇ ਪਾਬੰਦੀਆਂ ਲਾਉਣੀਆਂ ਪਈਆਂ ਨੇ, ਖਾਸ ਕਰਕੇ ਉਹਨਾਂ ਸੂਬਿਆਂ ਵਿੱਚ ਜਿੱਥੇ ਆਬਾਦੀ ਕਾਫੀ ਜ਼ਿਆਦਾ ਆ, ਜਿਵੇਂ ਕਿ ਅੰਟਾਰੀਓ ਵਿੱਚ, ਕਿਊਬਕ ਦੇ ਵਿੱਚ, BC ਦੇ ਵਿੱਚ ਖਾਸ ਕਰਕੇ ਜਿਹੜੀਆਂ ਮੁੜ ਪਾਬੰਦੀਆਂ ਲਾਈਆਂ ਗਈਆਂ ਨੇ, ਅਤੇ ਅਲਬਰਟਾ ਦੇ ਵਿੱਚ ਵੀ ਲਗਾਤਾਰ ਕੇਸ ਸਾਹਮਣੇ ਆ ਰਹੇ ਨੇ। ਪਰ ਇਸ ਸਭ ਦੇ ਦੌਰਾਨ ਵੀ ਕੈਨੇਡਾ 'ਚ ਸਿਆਸਤ ਇਸ ਵਕਤ ਗਰਮਾਈ ਹੋਈ ਹੈ, ਕਿਉਂਕਿ ਚਰਚਾ ਇਹ ਚੱਲ ਰਹੀ ਆ ਕਿ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸੇ ਕਰਕੇ ਜਿਹੜਾ ਵਾ ਵੱਖ-ਵੱਖ ਜਿਹੜੀਆਂ ਸੰਸਥਾਵਾਂ ਚੋਣਾਂ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਵੱਲੋਂ ਆਪਣੀ ਤਿਆਰੀ ਪੂਰੀ ਰੱਖੀ ਜਾ ਰਹੀ ਆ। ਔਰ ਖਾਸ ਕਰਕੇ ਇਹਨਾਂ ਚਰਚਾਵਾਂ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਬੀਤੇ ਦਿਨ ਡਿਬੇਟਸ ਕਮਿਸ਼ਨ ਨੇ ਜਿਹੜਾ ਵਾ ਇਹ ਐਲਾਨ ਕਰ ਦਿੱਤਾ ਕਿ ਕਿਹੜੇ-ਕਿਹੜੇ ਚੈਨਲ ਜਿਹੜੇ ਆ ਡਿਬੇਟ ਦਿਖਾ ਸਕਦੇ ਆ, ਕਿਹੜੇ ਪ੍ਰੋਡਿਊਸਰ ਹੋਣਗੇ, ਕਿਸ ਤਰੀਕੇ ਨਾਲ, ਕਿਹੜੀ ਭਾਸ਼ਾ ਵਿੱਚ ਕਿਹੜਾ ਚੈਨਲ ਜਿਹੜਾ ਵਾ ਆਪਣਾ ਪ੍ਰਸਾਰਨ ਕਰੇਗਾ ਤੇ ਲੋਕਾਂ ਤੱਕ ਡਿਬੇਟ ਪਹੁੰਚਾਏਗਾ। ਜਿਹੜੀ ਇਲੈਕਸ਼ਨਸ ਦੇ ਵਿੱਚ ਲੀਡਰਾਂ ਦੀ ਡਿਬੇਟ ਹੁੰਦੀ ਆ, ਉਹਦੇ ਸੰਬੰਧੀ ਪੂਰੀ ਤਿਆਰੀ ਮੁਕੰਮਲ ਕਰ ਲਈ ਗਈ ਆ। ਸੋ ਇਸ ਤਰੀਕੇ ਨਾਲ ਇਲੈਕਸ਼ਨ ਕੈਨੇਡਾ ਵੱਲੋਂ ਵੀ ਇਹ ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਸਾਡੇ ਵੱਲੋਂ ਵੀ ਪੂਰੀ ਤਿਆਰੀ ਆ, ਅਤੇ ਇਸੇ ਕਰਕੇ ਹੀ ਵਿਰੋਧੀ ਪਾਰਟੀਆਂ ਵੀ ਜਿਹੜਾ ਵਾ ਲਗਾਤਾਰ ਬਿਆਨਬਾਜ਼ੀ ਕਰ ਰਹੀਆਂ ਨੇ। ਲਿਬਰਲਸ ਵੱਲੋਂ ਵੀ ਜਿਹੜੇ ਆ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਆ। ਹਾਲਾਂਕਿ ਇਸ ਸੰਬੰਧੀ ਕਈ ਤਰੀਕੇ ਦੀ ਬਿਆਨਬਾਜ਼ੀ ਹੋ ਰਹੀ ਆ। ਸੋ ਅੱਜ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਇਹੀ ਚਰਚਾ ਕਰਾਂਗੇ ਕਿ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਕਿਹੜੀ ਪਾਰਟੀ ਕਿੱਥੇ ਖੜੀ ਆ, ਸਰਵੇ ਕੀ ਕਹਿ ਰਹੇ ਨੇ, ਵਿਰੋਧੀ ਪਾਰਟੀਆਂ ਦੇ ਲੀਡਰ ਜਿਹੜੇ ਆ ਇਸ ਵਕਤ ਕੀ ਉਹ ਚੋਣਾਂ ਕਰਾਉਣ ਦੇ ਹੱਕ ਵਿੱਚ ਨੇ, ਜਸਟਿਨ ਟਰੂਡੋ ਕੀ ਸੋਚ ਰਹੇ ਨੇ, ਤੇ ਕੈਨੇਡਾ ਦੀ ਸਿਆਸਤ ਵਿੱਚ ਇਸ ਵਕਤ ਕੀ ਚੱਲ ਰਿਹਾ। ਸੋ ਸਭ ਤੋਂ ਪਹਿਲਾਂ ਇਸ ਵਕਤ ਚਰਚਾ ਆਪਾਂ ਕਰ ਲੈਂਦੇ ਆ ਕਿ ਇਸ ਵਕਤ ਸਰਵੇ ਕੀ ਕਹਿ ਰਹੇ ਨੇ, ਕਿਉਂਕਿ ਇਸ ਵਕਤ ਇਸੇ ਕਰਕੇ ਚਰਚਾ ਚੱਲ ਰਹੀ ਹੈ ਕਿ ਜੇਕਰ, ਕਿਉਂਕਿ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਹੋਣਾ ਦੀ ਘੱਟ ਗਿਣਤੀ ਸਰਕਾਰ ਚੱਲ ਰਹੀ ਆ। ਪਿਛਲੀ ਵਾਰ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 157 ਸੀਟਾਂ ਹੀ ਜਿਹੜੀ ਆ ਲਿਬਰਲ ਪਾਰਟੀ ਜਿੱਤ ਸਕੀ ਸੀ, ਜਦਕਿ ਕੰਜ਼ਰਵੇਟਿਵ ਨੂੰ 121 ਸੀਟਾਂ ਜਿਹੜੀਆਂ ਮਿਲੀਆਂ ਸੀ। ਬਹੁਮਤ ਲਈ 170 ਤੋਂ ਵੱਧ ਸੀਟਾਂ ਦੀ ਲੋੜ ਸੀ, ਜਿਸ ਤੱਕ ਕੋਈ ਵੀ ਜਿਹੜੀ ਆ ਉਹ ਪਾਰਟੀ ਨਹੀਂ ਪਹੁੰਚ ਸਕੀ। ਸੋ ਕੈਨੇਡਾ ਦੇ ਵਿੱਚ ਇਹ ਹੈਗਾ ਆ ਕਿ ਜਿਹੜੀ ਪਾਰਟੀ ਸਭ ਤੋਂ ਵੱਡੀ ਬਣ ਕੇ ਉੱਭਰਦੀ ਆ, ਚਾਹੇ ਉਹਦੇ ਕੋਲ ਬਹੁਮਤ ਨਹੀਂ, ਉਹ ਸਰਕਾਰ ਬਣਾ ਸਕਦੀ ਆ। ਪਰ ਫਿਰ ਇਹ ਜਿਹੜਾ ਵਾ ਡਿਪੈਂਡ ਜਾਂ ਨਿਰਭਰ ਜਿਹੜਾ ਵਾ ਉਹ ਵਿਰੋਧੀ ਪਾਰਟੀਆਂ ਉੱਤੇ ਕਰਦਾ ਹੈ ਕਿ ਉਹ ਸਰਕਾਰ ਕਿੰਨਾ ਕੁ ਸਮਾਂ ਚੱਲਦੀ ਆ। ਸੋ ਇਸੇ ਤਰ੍ਹਾਂ ਜੇਕਰ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਬਲਾਕ ਕਿਊਬਕ ਨੂੰ 32 ਸੀਟਾਂ ਅਤੇ NDP ਨੂੰ ਜਿਹੜੀਆਂ ਉਹ 24 ਸੀਟਾਂ ਮਿਲੀਆਂ ਸੀ, ਜਦਕਿ 3 ਸੀਟਾਂ ਗ੍ਰੀਨ ਪਾਰਟੀ ਜਿੱਤੀ ਸੀ, ਅਤੇ PPC ਨੂੰ ਕੋਈ ਵੀ ਸੀਟ ਜਿਹੜੀ ਨਹੀਂ ਮਿਲੀ ਸੀ, ਜੋ ਕਿ ਕੰਜ਼ਰਵੇਟਿਵ ਪਾਰਟੀ ਚੋਂ ਨਿਕਲ ਕੇ ਇੱਕ ਅਲੱਗ ਪਾਰਟੀ ਬਣੀ ਸੀ। ਸੋ ਇਸ ਤਰੀਕੇ ਨਾਲ ਜਸਟਿਨ ਟਰੂਡੋ ਹੋਣਾ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਤੇ ਉਹਨਾਂ ਨੇ ਸਰਕਾਰ ਬਣਾਈ। ਪਰ ਵੱਖ-ਵੱਖ ਸਮੇਂ ਉੱਤੇ ਜਿਹੜਾ ਸੀ NDP ਨੇ ਇਸ ਸਰਕਾਰ ਨੂੰ ਬਚਾਇਆ ਤੇ ਇੱਥੇ ਤੱਕ ਪਹੁੰਚਾਇਆ। ਅਤੇ ਹੁਣ ਜਿਹੜਾ ਵਾ 19 ਅਪ੍ਰੈਲ ਨੂੰ ਜਦੋਂ ਬਜਟ ਪੇਸ਼ ਹੋਣਾ ਕੈਨੇਡਾ ਦਾ, ਉਸ ਤੋਂ ਬਾਅਦ ਉਹ ਬਜਟ ਪਾਸ ਹੁੰਦਾ ਆ ਨਹੀਂ ਹੁੰਦਾ, ਵਿਰੋਧੀ ਧਿਰਾਂ ਉਹਦੇ ਉੱਤੇ ਕੀ ਕਰਦੀਆਂ ਨੇ, ਇਹਦੇ ਉੱਤੇ ਸਰਕਾਰ ਦਾ ਭਵਿੱਖ ਜਿਹੜਾ ਨਿਰਭਰ ਕਰਦਾ ਆ। ਹਾਲਾਂਕਿ ਜਗਮੀਤ ਸਿੰਘ ਲਗਾਤਾਰ ਇਹ ਕਹਿ ਰਹੇ ਨੇ ਕਿ ਭਾਈ ਅਸੀਂ ਚੋਣਾਂ ਨਹੀਂ ਹੋਣ ਦਿੰਦੇ, ਕਿਉਂਕਿ ਇਸ ਵਕਤ ਹੱਲੇ ਕਰੋਨਾ ਦੇ ਹਾਲਾਤ ਨੇ। ਇਸ ਸੰਬੰਧੀ ਚਰਚਾ ਕਰਾਂਗੇ ਕਿ ਜਗਮੀਤ ਸਿੰਘ ਦਾ ਸਟੈਂਡ ਕੀ ਆ, ਕੰਜ਼ਰਵੇਟਿਵ ਪਾਰਟੀ ਕੀ ਕਹਿ ਰਹੀ ਆ। ਪਰ ਉਸ ਤੋਂ ਪਹਿਲਾਂ ਸਰਵੇ ਤੇ ਨਜ਼ਰ ਮਾਰਦੇ ਆ ਕਿ ਇਸ ਵਕਤ ਸਰਵੇ ਕੀ ਕਹਿੰਦੇ ਨੇ, ਜਿਹਦੇ ਵਿੱਚ ਜੇਕਰ ਆਪਾਂ ਲਿਬਰਲਸ ਦੀ ਗੱਲ ਕਰੀਏ ਤਾਂ ਵੱਖ-ਵੱਖ ਏਜੰਸੀਆਂ ਵੱਲੋਂ ਜਿਹੜੇ ਸਰਵੇ ਕੀਤੇ ਜਾ ਰਹੇ ਆ, ਉਹਦੇ ਵਿੱਚ ਲਿਬਰਲਸ ਪਾਰਟੀ ਜਿਹੜੀ ਅੱਗੇ ਆ ਸਕਦੀ ਆ। ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਕਿ 338 ਕੈਨੇਡਾ ਜਿਹੜੀ ਏਜੰਸੀ ਆ ਉਹਦੇ ਵੱਲੋਂ ਕੀ ਕਿਹਾ ਜਾ ਰਿਹਾ। ਇਸ ਏਜੰਸੀ ਦੇ ਮੁਤਾਬਕ ਜਿਹੜੀ ਆ ਹੁਣ ਤੱਕ बढ़त ਜਿਹੜੀ ਆ ਸਾਰੀਆਂ ਪਾਰਟੀਆਂ ਉੱਤੇ ਲਿਬਰਲਸ ਪਾਰਟੀ ਦੀ ਦਿਖਾਈ ਜਾ ਰਹੀ ਆ। ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਇਸ ਸਰਵੇ ਮੁਤਾਬਕ ਜਿਹੜੀ ਲਿਬਰਲ ਪਾਰਟੀ ਆ 167 ਸੀਟਾਂ ਜਿੱਤਦੀ ਨਜ਼ਰ ਆ ਰਹੀ ਆ, ਜੋ ਕਿ ਮੈਜੋਰਟੀ ਤੋਂ 3 ਸੀਟਾਂ ਘੱਟ ਆ। ਕੰਜ਼ਰਵੇਟਿਵ ਨੂੰ 10 ਸੀਟਾਂ ਦਾ ਨੁਕਸਾਨ ਹੋ ਰਿਹਾ ਤੇ ਉਹ 111 ਜਿੱਤਦੀ ਨਜ਼ਰ ਆ ਰਹੀ ਆ, ਜਦਕਿ NDP ਪਾਰਟੀ ਆ ਉੱਪਰ ਜਾਂਦੀ ਨਜ਼ਰ ਆ ਰਹੀ ਆ। ਤੇ NDP ਪਿਛਲੀ ਵਾਰ ਜਿਹੜੀਆਂ 24 ਸੀਟਾਂ ਜਿੱਤੀ ਸੀ, ਇਸ ਸਰਵੇ ਦੇ ਵਿੱਚ 28 ਸੀਟਾਂ ਜਿੱਤਦੀ ਨਜ਼ਰ ਆ ਰਹੀ ਆ, ਜਿਸ ਦਾ ਮਤਲਬ ਇਹ ਹੈ ਕਿ ਜਗਮੀਤ ਸਿੰਘ ਦਾ ਜਿਹੜਾ ਆਧਾਰ ਆ ਵਾਧਾ ਨਜ਼ਰ ਆ ਰਿਹਾ। ਉੱਥੇ ਹੀ ਬਲਾਕ ਕਿਊਬਕ ਘਟ ਕੇ 27 ਉੱਤੇ ਪਹੁੰਚ ਚੁੱਕੀ ਆ। ਪਿਛਲੀ ਵਾਰ 32 ਸੀਟਾਂ ਜਿੱਤੀਆਂ ਸੀ ਤੇ ਇਸ ਸਰਵੇ ਮੁਤਾਬਕ 27 ਸੀਟਾਂ ਜਿਹੜੀ ਜਿੱਤਦੀ ਨਜ਼ਰ ਆ ਰਹੀ ਆ। ਇਸੇ ਤਰ੍ਹਾਂ ਹੀ ਹੁਣ ਇੱਕ ਹੋਰ ਵੱਡੀ ਏਜੰਸੀ CBC ਪੋਲ ਟਰੈਕਰ ਦੀ ਵੀ ਚਰਚਾ ਕਰ ਲੈਂਦੇ ਆ। ਸਭ ਤੋਂ ਪਹਿਲਾਂ ਦੱਸਦੇ ਆ ਕਿ ਇਹਨਾਂ ਦੇ ਮੁਤਾਬਕ ਜਿਹੜੀ ਲਿਬਰਲ ਪਾਰਟੀ ਆ ਮੈਜੋਰਟੀ ਜਿਹੜੀ ਆ ਹਾਸਲ ਕਰਦੀ ਦਿਖਾਈ ਦੇ ਰਹੀ ਆ ਤੇ 171 ਸੀਟਾਂ ਜਿੱਤ ਰਹੀ ਆ, ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 108 ਸੀਟਾਂ ਮਿਲ ਰਹੀਆਂ ਨੇ। NDP 26 ਸੀਟਾਂ ਜਿੱਤ ਰਹੀ ਆ ਤੇ ਬਲਾਕ ਕਿਊਬਕ
31 ਸੀਟਾਂ ਜਿਹੜੀ ਆ ਉਹ ਜਿੱਤਦੀ ਨਜ਼ਰ ਆ ਰਹੀ ਹੈ ਔਰ ਸੀਬੀਸੀ ਦੇ ਮੁਤਾਬਕ ਸਿਰਫ ਇੱਕ ਸੀਟ ਦਾ ਨੁਕਸਾਨ ਬਲਾਕ ਕਿਊਬਿਕ ਨੂੰ ਹੋ ਰਿਹਾ ਵਾ ਤੇ ਗ੍ਰੀਨ ਪਾਰਟੀ ਜਿਹੜੀ ਆ ਉਹ ਵੀ ਇੱਕ ਸੀਟ ਗਵਾ ਕੇ 2 ਸੀਟਾਂ ਜਿੱਤਦੀ ਨਜ਼ਰ ਆ ਰਹੀ ਆ। ਤੇ ਇਹਦੇ ਨਾਲ ਜੇਕਰ ਅਸੀਂ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਲਿਬਰਲਸ ਨੂੰ ਲਗਭਗ 36% ਵੋਟ ਜਿਹੜਾ ਵਾ ਮਿਲਦਾ ਨਜ਼ਰ ਆ ਰਿਹਾ, ਜਦਕਿ 29.7% ਭਾਵ ਕਿ ਅਸੀਂ 30% ਦੇ ਕਰੀਬ ਕਹਿ ਸਕਦੇ ਹਾਂ ਵੋਟ ਕੰਜ਼ਰਵੇਟਿਵ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ। ਇਹਦੇ ਨਾਲ ਐਨਡੀਪੀ ਦੀ ਗੱਲ ਕਰੀਏ ਤਾਂ 18.3%, ਬਲਾਕ ਕਿਊਬਿਕ ਨੂੰ 6.9% ਅਤੇ ਗ੍ਰੀਨ ਪਾਰਟੀ ਨੂੰ 6.4% ਵੋਟ ਜਿਹੜਾ ਮਿਲਦਾ ਨਜ਼ਰ ਆ ਰਿਹਾ, ਜੋ ਇਸ ਵਕਤ ਸਰਵੇ ਚੱਲ ਰਹੇ ਆ। ਔਰ ਇਹ ਸਰਵੇ ਇਸੇ ਹਫਤੇ ਦੇ ਆ, ਇਸੇ ਹਫਤੇ ਜਿਹੜੀ ਆ ਇਹ ਰਿਪੋਰਟ ਸਾਹਮਣੇ ਆਈ ਸੀ। ਸੋ ਇਹ ਸਰਵੇ ਦੇਖ ਕੇ ਜਿਹੜਾ ਵਾ ਚਰਚਾ ਕੀਤੀ ਜਾ ਰਹੀ ਹੈ ਕਿ ਜਸਟਿਨ ਟਰੂਡੋ ਜਿਹੜੇ ਆ ਉਹ ਅੱਗੇ ਜਿਹੜੇ ਆ ਇਲੈਕਸ਼ਨ ਕਰਾਉਣ ਦਾ ਫੈਸਲਾ ਲੈ ਸਕਦੇ ਆ। ਸੋ ਹੁਣ ਥੋੜੀ ਜਿਹੀ ਚਰਚਾ ਇਹ ਕਰ ਲੈਂਦੇ ਆ ਕਿ ਆਖਰਕਾਰ ਇਲੈਕਸ਼ਨ ਕਰਾਉਣ ਦੀ ਇੰਨੀ ਜਲਦੀ ਕਿਉਂ ਆ, ਕਿਉਂਕਿ ਕੈਨੇਡਾ ਦੇ ਵਿੱਚ ਇਹ ਹੈਗਾ ਆ ਕਿ ਜਿਹੜੀ ਘੱਟ ਗਿਣਤੀ ਸਰਕਾਰ ਹੈ ਉਹ 4 ਸਾਲ ਬਹੁਤ ਘੱਟ ਪੂਰੇ ਕਰਦੀ ਆ ਅਤੇ ਕਿਤੇ ਵੀ ਜਾ ਕੇ ਜੇਕਰ ਘੁੰਡੀ ਅੜ ਗਈ, ਮੰਨ ਲਓ ਕਿ ਹੁਣ 19 ਅਪ੍ਰੈਲ ਨੂੰ ਜੇਕਰ ਬਜਟ ਪੇਸ਼ ਹੁੰਦਾ ਆ, ਜੇਕਰ ਉਹ ਬਜਟ ਪਾਸ ਨਾ ਹੋ ਸਕਿਆ, ਜੇਕਰ ਕਿਸੇ ਵੀ ਇੱਕ ਵਿਰੋਧੀ ਪਾਰਟੀ ਚਾਹੇ ਬਲਾਕ ਕਿਊਬਿਕ, ਚਾਹੇ ਐਨਡੀਪੀ, ਚਾਹੇ ਕੰਜ਼ਰਵੇਟਿਵ, ਹਾਲਾਂਕਿ ਇਹਨਾਂ ਵਿੱਚੋਂ ਜੇਕਰ ਆਪਾਂ ਬਲਾਕ ਕਿਊਬਿਕ ਅਤੇ ਕੰਜ਼ਰਵੇਟਿਵ ਦੇਖ ਲਈਏ ਤਾਂ ਬਹੁਤ ਘੱਟ ਉਮੀਦ ਆ ਕਿ ਇਹਨਾਂ ਚੋਂ ਕੋਈ ਵੀ ਪਾਰਟੀ ਜਿਹੜੀ ਆ ਉਹ ਇਸ ਬਜਟ ਦਾ ਸਮਰਥਨ ਕਰੇਗੀ। ਹਾਲਾਂਕਿ ਐਨਡੀਪੀ ਪਹਿਲਾਂ 2 ਵਾਰ ਜਿਹੜਾ ਸਮਰਥਨ ਕੁਝ ਮੁੱਦਿਆਂ ਉੱਤੇ ਕਰ ਚੁੱਕੀ ਆ ਤੇ ਜੇਕਰ ਇਸ ਵਾਰ ਵੀ ਐਨਡੀਪੀ ਨੇ ਸਮਰਥਨ ਨਾ ਕੀਤਾ, ਜਿਹਦੀ ਸੰਭਾਵਨਾ ਘੱਟ ਆ, ਤਾਂ ਜਿਹੜਾ ਵਾ ਸਰਕਾਰ ਡਿੱਗ ਸਕਦੀ ਆ। ਸੋ ਇਸ ਤਰੀਕੇ ਨਾਲ ਜਿਹੜੀਆਂ ਘੱਟ ਗਿਣਤੀ ਸਰਕਾਰਾਂ ਹੁੰਦੀਆਂ ਉਹ ਸਥਿਰ ਨਹੀਂ ਹੁੰਦੀਆਂ। ਕਿਸੇ ਵੀ ਸਮੇਂ ਜੇਕਰ ਪਾਰਲੀਮੈਂਟ 'ਚ ਵੋਟਿੰਗ ਹੁੰਦੀ ਆ ਤਾਂ ਸਰਕਾਰ ਉੱਤੇ ਖਤਰਾ ਮੰਡਰਾਉਂਦਾ ਰਹਿੰਦਾ ਆ। ਸੋ ਇਸ ਕਰਕੇ ਜਸਟਿਨ ਟਰੂਡੋ ਚਾਹੁੰਦੇ ਨੇ ਕਿ ਇੱਕ ਉਹਨਾਂ ਦੀ ਸਥਿਰ ਸਰਕਾਰ ਹੋਵੇ ਅਤੇ ਮੌਕੇ ਦਾ ਫਾਇਦਾ ਜਿਹੜਾ ਉਠਾਇਆ ਜਾਵੇ, ਕਿਉਂਕਿ ਇਸ ਵਕਤ ਸਰਵੇ ਦੇ ਵਿੱਚ ਲਿਬਰਲ ਪਾਰਟੀ ਅੱਗੇ ਚੱਲ ਰਹੀ ਆ, ਕਿਉਂਕਿ ਕੋਵਿਡ ਦੇ ਜਿਸ ਤਰੀਕੇ ਨਾਲ ਹਾਲਾਤ ਪੈਦਾ ਹੋਏ, ਮੌਜੂਦਾ ਸਰਕਾਰਾਂ ਤੋਂ ਲੋਕ ਖੁਸ਼ ਨੇ, ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ, ਜਿਸ ਤਰੀਕੇ ਨਾਲ ਸਰਵ ਵਰਗੀਆਂ ਸਕੀਮਾਂ ਚੱਲੀਆਂ। ਔਰ ਸਿਰਫ ਫੈਡਰਲ ਸਰਕਾਰ ਨਹੀਂ, ਜਿਹੜੀਆਂ ਸੂਬਾ ਸਰਕਾਰਾਂ ਸੀ ਉਹਦੇ ਵਿੱਚ ਵੀ ਜੋ ਸਰਕਾਰਾਂ ਨੇ ਕੀਤਾ, ਜਿਸ ਤਰੀਕੇ ਨਾਲ ਘਰ ਬੈਠਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂ ਜੋ ਵੀ ਕਦਮ ਚੁੱਕੇ ਉਹ ਤੋਂ ਲੋਕ ਖੁਸ਼ ਨਜ਼ਰ ਆਏ। ਇਹਦੀ ਅਸੀਂ ਉਦਾਹਰਨ ਦੇਖ ਸਕਦੇ ਹਾਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਕੋਵਿਡ ਦੇ ਦੌਰਾਨ ਹੀ ਜਿਹੜੀਆਂ ਚੋਣਾਂ ਹੋ ਚੁੱਕੀਆਂ ਨੇ ਤੇ ਉੱਥੇ ਮੌਜੂਦਾ ਜਿਹੜੀਆਂ ਪਾਰਟੀਆਂ ਸੀਗੀਆਂ ਜਿਨ੍ਹਾਂ ਦੀ ਸਰਕਾਰ ਸੀ ਉਹਨਾਂ ਨੇ ਰਿਪੀਟ ਕੀਤਾ, ਜਿਹ 'ਚ ਅਸੀਂ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੀ ਵੀ ਜਿਹੜੀ ਆ ਅਸੀਂ BC ਦੀ ਉਦਾਹਰਨ ਦੇ ਸਕਦੇ ਹਾਂ, ਜੋ ਕਿ ਇੱਕ ਵੱਡਾ ਸੂਬਾ ਆ। ਐਨਡੀਪੀ ਨੇ ਇੱਥੇ ਸਮੇਂ ਤੋਂ 1 ਸਾਲ ਪਹਿਲਾਂ ਜਿਹੜੀ ਆ ਉਹ ਚੋਣ ਕਰਵਾਈ ਅਤੇ ਉਸ ਚੋਣ ਵਿੱਚ ਉਹਨਾਂ ਨੂੰ ਜਿਹੜੀ ਆ ਜਿੱਤ ਨਸੀਬ ਹੋਈ ਅਤੇ ਇੱਕ ਵੱਡੀ ਤੇ ਇਤਿਹਾਸਿਕ ਜਿੱਤ ਜਿਹੜੀ ਆ ਉਹ ਨਸੀਬ ਹੋਈ। ਸੋ ਇਸ ਤਰੀਕੇ ਨਾਲ ਜਿਹੜਾ ਵਾ ਇਹਨਾਂ ਸੂਬਿਆਂ ਵੱਲ ਦੇਖ ਕੇ ਵੀ ਕਹਿ ਸਕਦੇ ਹਾਂ ਜਾਂ ਮੌਕੇ ਦਾ ਫਾਇਦਾ ਉਠਾ ਕੇ ਵੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਅਕਤੂਬਰ ਦੇ ਵਿੱਚ 2 ਸਾਲ ਹੋਣਗੇ ਚੋਣਾਂ ਹੋਈਆਂ ਨੂੰ, ਤੇ ਉਸ ਤੋਂ ਪਹਿਲਾਂ ਜਸਟਿਨ ਟਰੂਡੋ ਆਪਣੀ ਸਰਕਾਰ ਸੁੱਟ ਕੇ ਦੁਬਾਰਾ ਚੋਣਾਂ ਕਰਵਾ ਕੇ ਜਿਹੜਾ ਵਾ ਬਹੁਮਤ ਦੀ ਸਰਕਾਰ ਬਣਾ ਕੇ ਅਗਲੇ 4 ਸਾਲ ਲਈ ਮਜ਼ਬੂਤ ਸਰਕਾਰ ਜਿਹੜੀ ਆ ਬਣਾਉਣ ਦੀ ਇੱਛਾ ਰੱਖਦੇ ਨੇ। ਔਰ ਇਸੇ ਕਰਕੇ ਚਰਚਾ ਹੋ ਰਹੀ ਹੈ ਕਿ ਉਹ ਇਸ ਵਕਤ ਅਸਤੀਫਾ ਦੇ ਕੇ ਸਰਕਾਰ ਸੁੱਟ ਕੇ ਦੁਬਾਰਾ ਚੋਣਾਂ ਦੇ ਮੈਦਾਨ 'ਚ ਕੁੱਦ ਸਕਦੇ ਨੇ। ਸੋ ਹੁਣ ਥੋੜੀ ਜਿਹੀ ਚਰਚਾ ਇਹ ਕਰ ਲੈਂਦੇ ਹਾਂ ਕਿ ਇਸ ਵਕਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੀ ਹਾਲਾਤ ਨੇ। ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਲਿਬਰਲਸ ਪਾਰਟੀ ਜਿਹੜੀ ਇਸ ਵਕਤ ਮਜ਼ਬੂਤ ਸਥਿਤੀ ਦਿਖਾਈ ਦੇ ਰਹੀ ਹੈ, ਕਿਉਂਕਿ ਉਹਨਾਂ ਦੇ ਲੀਡਰ ਦਾ ਕ੍ਰਿਸ਼ਮਾ ਹਲੇ ਲੋਕਾਂ ਦੇ ਵਿੱਚ ਬਰਕਰਾਰ ਆ। ਜਸਟਿਨ ਟਰੂਡੋ ਨੂੰ ਜਿਹੜਾ ਲੋਕ ਪ੍ਰਵਾਨ ਕਰ ਰਹੇ ਨੇ ਔਰ ਇਹਦਾ ਇੱਥੋਂ ਵੀ ਅੰਦਾਜ਼ਾ ਲੱਗਦਾ ਕਿ ਜਦੋਂ ਪਿਛਲੀਆਂ ਚੋਣਾਂ ਸੀ ਤਾਂ ਬਹੁਤ ਸਾਰੇ ਜਿਹੜੇ ਸਕੈਂਡਲ ਸੀ ਉਹਨਾਂ ਨੇ ਜਸਟਿਨ ਟਰੂਡੋ ਨੂੰ ਘੇਰ ਲਿਆ ਸੀ। ਉਹਦੇ ਵਿੱਚ ਕੁਝ ਜਿਹੜੇ ਆ ਨਸਲਵਾਦ ਨਾਲ ਵੀ ਜੁੜੇ ਹੋਏ ਸੀ, ਕੁਝ ਜਿਹੜੇ ਆ ਭ੍ਰਿਸ਼ਟਾਚਾਰ ਨਾਲ ਵੀ ਜੁੜੇ ਹੋਏ ਸੀ, ਪਰ ਇਹਦੇ ਬਾਵਜੂਦ ਵੀ ਜਸਟਿਨ ਟਰੂਡੋ ਜਿਹੜੇ ਆ ਉਹ ਇੰਨਾ ਕੁ ਮੈਨੇਜ ਕਰ ਲੈਂਦੇ ਆ ਕਿ ਉਹ ਪ੍ਰਧਾਨ ਮੰਤਰੀ ਬਣੇ ਰਹਿਣ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੇ ਆ। ਔਰ ਉਸ ਵਕਤ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸੀਗੇ ਐਂਡਰੂ ਸ਼ੀਰ, ਇਹ ਕਿਹਾ ਜਾਂਦਾ ਸੀ ਕਿ ਚੋਣਾਂ ਕੋਲ ਆ ਕੇ ਜਿੰਨੇ ਕੁ ਸਕੈਂਡਲ ਆ ਗਿਆ ਤਾਂ ਇੱਕ ਵਧੀਆ ਮੌਕਾ ਹੈ ਚੋਣਾਂ ਜਿੱਤਣ ਦੇ ਲਈ, ਪਰ ਇਹਦੇ ਬਾਵਜੂਦ ਵੀ ਐਂਡਰੂ ਸ਼ੀਰ ਜਿਹੜੇ ਚੋਣਾਂ ਨਹੀਂ ਜਿੱਤ ਸਕੇ ਅਤੇ ਉਸ ਤੋਂ ਬਾਅਦ ਇੱਕ ਉਹਨਾਂ ਦੇ ਖਿਲਾਫ ਵੀ ਪਾਰਟੀ ਦੇ ਅੰਦਰ ਇੱਕ ਅਜਿਹਾ ਮਾਮਲਾ ਸਾਹਮਣੇ ਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਲੀਡਰਸ਼ਿਪ ਜਿਹੜੀ ਹੈ ਛੱਡਣੀ ਪਈ ਆ। ਤੇ ਇਸ ਵਕਤ ਜਿਹੜੇ ਉਹਨਾਂ ਦੇ ਨਵੇਂ ਲੀਡਰ ਆਏ ਨੇ ਉਹਨਾਂ ਦੇ ਹੱਲੇ ਅਸੀਂ ਕਹੀਏ ਤਾਂ ਪੂਰੀ ਤਰੀਕੇ ਨਾਲ ਪੈਰ ਨਹੀਂ ਲੱਗੇ। ਉਹ ਪ੍ਰਧਾਨ ਬਣਦੇ ਜਿਹੜਾ ਸੀ ਉਹ ਕੋਵਿਡ ਆ ਗਿਆ ਅਤੇ ਬਹੁਤੀ ਸਿਆਸਤ ਕਰਨ ਦਾ ਵੀ ਮੌਕਾ ਨਹੀਂ ਮਿਲਿਆ, ਬਹੁਤਾ ਮੁਲਕ 'ਚ ਘੁੰਮਣ ਦਾ ਮੌਕਾ ਨਹੀਂ ਮਿਲਿਆ, ਬਹੁਤਾ ਕੋਈ ਕੁਝ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਹੱਲੇ ਤੱਕ ਬਹੁਤੇ ਲੋਕਾਂ ਵਿੱਚ ਉਹਨਾਂ ਦੀ ਇੰਨੀ ਚੰਗੀ ਜਾਣ ਪਛਾਣ ਵੀ ਨਹੀਂ ਬਣੀ। ਤੇ ਦੂਜੇ ਪਾਸੇ ਚਿੰਤਾ ਦਾ ਜਿਹੜਾ ਵਾ ਕਾਰਨ ਇਹ ਵੀ ਹੈ ਕੰਜ਼ਰਵੇਟਿਵ ਲਈ ਕਿ ਕੁਝ ਲੀਡਰਾਂ ਦਾ ਕੁਝ ਕੁ
ਜਿਹੜੇ ਪਾਰਟੀ ਅੰਦਰ ਲੀਡਰ ਨੇ ਉਹਨਾਂ ਦਾ ਇਹ ਵੀ ਸੋਚਣਾ ਹੈ ਕਿ ਐਰਨ ਅਟੂਲ ਜਸਟਿਨ ਟਰੂਡੋ ਨੂੰ ਨਹੀਂ ਹਰਾ ਸਕਦੇ। ਉਹਨਾਂ ਦੇ ਖਿਲਾਫ ਕੁਝ ਆਵਾਜ਼ਾਂ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇਸ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਇਸ ਵਕਤ ਥੋੜੀ ਜਿਹੜੀ ਆ ਉਹ ਡਗਮਗਾਉਂਦੀ ਨਜ਼ਰ ਆ ਰਹੀ ਆ ਤੇ ਕਿਤੇ ਨਾ ਕਿਤੇ ਪਾਰਟੀ ਨੂੰ ਜੇਕਰ ਮਜ਼ਬੂਤ ਪ੍ਰਦਰਸ਼ਨ ਕਰਨਾ ਤਾਂ ਅੰਦਰਲੇ ਵਿਵਾਦ ਖਤਮ ਕਰਕੇ ਅੱਗੇ ਵਧਣ ਦੀ ਜਿਹੜੀ ਲੋੜ ਆ। ਉੱਥੇ ਜੇਕਰ ਅਸੀਂ ਗੱਲ ਕਰੀਏ ਤਾਂ ਜਗਮੀਤ ਸਿੰਘ ਦੀ ਅਗਵਾਈ ਵਿੱਚ ਐਨਡੀਪੀ, ਹਾਲਾਂਕਿ ਜਿਸ ਤਰੀਕੇ ਨਾਲ ਐਨਡੀਪੀ ਨੇ 2015 ਦੇ ਵਿੱਚ ਪ੍ਰਦਰਸ਼ਨ ਕੀਤਾ ਸੀ, ਟੌਮ ਮਕਲੇਰ ਦੇ ਅਗਵਾਈ ਦੇ ਵਿੱਚ 44 ਸੀਟਾਂ ਜਿੱਤੀਆਂ ਸੀ, ਉਹਦੇ ਮੁਕਾਬਲੇ 2019 ਦੀਆਂ ਚੋਣਾਂ ਵਿੱਚ 24 ਸੀਟਾਂ ਹੀ ਜਿਹੜੀਆਂ ਜਿੱਤਣੀਆਂ ਨਸੀਬ ਹੋਈਆਂ। ਪਰ ਇਸ ਦੌਰਾਨ ਇੱਕ ਗੱਲ ਇਹ ਰਹੀ ਕਿ ਐਨਡੀਪੀ ਦੇ ਹੱਥ ਦੇ ਵਿੱਚ ਜਿਹੜੀ ਸੀ ਇੱਕ ਚਾਬੀ ਆ ਗਈ ਸੀ। ਕਿੰਗ ਮੇਕਰ ਜਿਹੜਾ ਜਗਮੀਤ ਸਿੰਘ ਨੂੰ ਕਿਹਾ ਜਾ ਰਿਹਾ ਸੀਗਾ, ਹਾਲਾਂਕਿ ਉਦੋਂ ਤਾਂ ਸੰਭਾਵਨਾ ਇਹ ਵੀ ਜਤਾਈ ਜਾ ਰਹੀ ਸੀ ਕਿ ਜਗਮੀਤ ਸਿੰਘ ਜਿਹੜੇ ਆ ਸਰਕਾਰ 'ਚ ਸ਼ਾਮਲ ਹੋ ਸਕਦੇ ਆ, ਪਰ ਜਸਟਿਨ ਟਰੂਡੋ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਆਪਣੇ ਤੌਰ ਤੇ ਸਰਕਾਰ ਬਣਾਈ, ਪਰ ਉਸ ਤੋਂ ਬਾਅਦ ਕੁਝ ਮੌਕੇ ਇਦਾਂ ਦੇ ਆਏ ਜਦੋਂ ਜਗਮੀਤ ਸਿੰਘ ਨੇ ਜਿਹੜੀ ਆ ਜਸਟਿਨ ਟਰੂਡੋ ਦੀ ਸਰਕਾਰ ਡਿੱਗਣ ਤੋਂ ਬਚਾਈ। ਖਾਸ ਕਰਕੇ ਜਦੋਂ ਥਰੋਨ ਸਪੀਚ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਜਦੋਂ ਕੰਜ਼ਰਵੇਟਿਵ ਨੇ ਇੱਕ ਕਮੇਟੀ ਬਣਾਉਣ ਦਾ ਜਿਹੜਾ ਮਤਾ ਲਿਆਂਦਾ ਸੀ ਕਿ ਇੱਕ ਜਾਂਚ ਕਮੇਟੀ ਬਣਾਈ ਜਾਵੇ, ਜੋ ਇੱਕ ਵੀ ਚੈਰਿਟੀ ਦਾ ਜਿਹੜਾ ਨਿਕਲ ਕੇ ਮਾਮਲਾ ਸਾਹਮਣੇ ਆਇਆ ਸੀ, ਤਾਂ ਉਦੋਂ ਜਸਟਿਨ ਟਰੂਡੋ ਨੇ ਕਿਹਾ ਸੀ ਜੇਕਰ ਇਹ ਕਮੇਟੀ ਬਣਦੀ ਆ, ਮਤਾ ਅਸੀਂ ਹਾਰਦੇ ਆ ਤੇ ਇਹਦਾ ਮਤਲਬ ਇਹ ਆ ਕਿ ਸਰਕਾਰ ਦੇ ਕੋਲ ਇਸ ਵਕਤ ਜਿਹੜਾ ਵਾ ਉਹ ਮੈਜੋਰਟੀ ਹੈ ਨਹੀਂ ਗੀ, ਸਰਕਾਰ ਕੋਲ ਪਾਰਲੀਮੈਂਟ ਦਾ ਭਰੋਸਾ ਨਹੀਂਗਾ, ਇਸ ਕਰਕੇ ਸਰਕਾਰ ਡਿੱਗ ਜਾਵੇਗੀ ਅਤੇ ਅਸੀਂ ਚੋਣਾਂ ਲਈ ਜਾਵਾਂਗੇ। ਤਾਂ ਉਦੋਂ ਜਗਮੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਚੋਣਾਂ ਹੱਲੇ ਨਹੀਂ ਚਾਹੁੰਦੇ, ਨਾ ਹੀ ਕੈਨੇਡਾ ਦਾ ਕੋਈ ਵਿਅਕਤੀ ਚੋਣਾਂ ਚਾਹੁੰਦਾ ਆ। ਇਸ ਕਰਕੇ ਉਦੋਂ ਵੀ ਜਗਮੀਤ ਸਿੰਘ ਨੇ ਜਿਹੜਾ ਸੀ ਐਨਡੀਪੀ ਦੀ ਜਿਹੜੀ ਪੂਰੀ ਪਾਰਟੀ ਆ ਉਹਨੇ ਲਿਬਰਲ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਹੜਾ ਸੀ ਇਹ ਸਰਕਾਰ ਬਚਾਈ ਸੀ। ਜਗਮੀਤ ਸਿੰਘ ਦਾ ਹੁਣ ਵੀ ਇਹੀ ਸਟੈਂਡ ਆ, ਉਹ ਕਹਿ ਰਿਹਾ ਕਿ ਪਹਿਲੀ ਗੱਲ ਤਾਂ ਅਸੀਂ ਚੋਣਾਂ ਚਾਹੁੰਦੇ ਨਹੀਂ ਕਿਉਂਕਿ ਹਾਲੇ ਵੈਕਸੀਨ ਦਾ ਕੰਮ ਪੂਰੇ ਤਰੀਕੇ ਨਹੀਂ ਹੋਇਆ, ਕੇਸ ਹਾਲੇ ਕਾਫੀ ਆ ਰਹੇ ਨੇ। ਉਹ ਕਹਿੰਦੇ ਕਿ ਪਹਿਲਾਂ ਵੈਕਸੀਨ ਦਾ ਕੰਮ ਪੂਰੇ ਤਰੀਕੇ ਨਾਲ ਖਤਮ ਹੋ ਜਾਵੇ ਤਾਂ ਫਿਰ ਚਾਹੇ ਜਦੋਂ ਮਰਜ਼ੀ ਚੋਣਾਂ ਹੋ ਜਾਣ। ਪਰ ਉਹ ਕਹਿੰਦੇ ਕਿ ਜੇਕਰ ਹੁਣ ਵੀ ਚੋਣਾਂ ਕਰਵਾਈਆਂ ਜਾਂਦੀਆਂ ਨੇ, ਜੇਕਰ ਸਪਰਿੰਗ ਇਲੈਕਸ਼ਨ ਵੀ ਹੁੰਦੇ ਆ, ਤਾਂ ਅਸੀਂ ਚੋਣਾਂ ਲਈ ਜਿਹੜਾ ਬਿਲਕੁਲ ਤਿਆਰ ਬੈਠੇ ਆ। ਹਾਲਾਂਕਿ ਇੱਥੇ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਫੰਡਸ ਦੀ ਵੀ ਘਾਟ ਹੈਗੀ ਆ, ਫੰਡਸ ਉਹਨੇ ਪਾਰਟੀਆਂ ਕੋਲ ਨਹੀਂ ਆ ਰਹੇ ਆ ਕਿਉਂਕਿ ਕੋਵਿਡ ਵੀ ਚੱਲ ਰਿਹਾ ਵਾ। ਪਰ ਇਹਦੇ ਬਾਵਜੂਦ ਜਗਮੀਤ ਸਿੰਘ ਹੋਣਾ ਕਹਿਣਾ ਕਿ ਸਾਡੇ ਕੋਲ ਜਿਹੜੇ ਪੂਰੇ ਸੋਰਸ ਹੈਗੇ ਆ ਇਲੈਕਸ਼ਨ ਲੜਨ ਲਈ, ਸਾਡੇ ਕੋਲ ਪੂਰੀ ਤਾਕਤ ਆ ਤੇ ਅਸੀਂ ਉਤਰ ਸਕਦੇ ਆ। ਔਰ ਇੱਥੇ ਜਗਮੀਤ ਸਿੰਘ ਉਹਨਾਂ ਨਾਲ ਜੁੜੀ ਇੱਕ ਇਹ ਵੀ ਗੱਲ ਅਸੀਂ ਕਹਿ ਸਕਦੇ ਆ ਕਿ ਨੌਜਵਾਨਾਂ ਵਿੱਚ ਲਗਾਤਾਰ ਉਹਨਾਂ ਦਾ ਆਧਾਰ ਵਧਦਾ ਜਾ ਰਿਹਾ। ਖਾਸ ਕਰਕੇ ਜਦੋਂ 2019 ਦੀ ਚੋਣ ਦੇ ਵਿੱਚ ਐਜ਼ ਏ ਲੀਡਰ ਉਹਨਾਂ ਨੇ ਚੋਣ ਲੜੀ ਸੀ ਤਾਂ ਡਿਬੇਟ ਦੇ ਵਿੱਚ ਕਾਫੀ ਹਾਵੀ ਰਹੇ ਸੀ ਔਰ ਉਦੋਂ ਵੀ ਕਾਫੀ ਲੋਕਾਂ ਦਾ ਦਿਲ ਜਿੱਤਿਆ ਸੀ। ਉਦੋਂ ਵੀ ਉਹਨਾਂ ਦਾ ਗ੍ਰਾਫ ਉੱਤੇ ਆਇਆ ਤੇ ਹੁਣ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਜਗਮੀਤ ਸਿੰਘ ਸਰਗਰਮ ਰਹਿੰਦੇ ਨੇ ਅਤੇ ਲਗਾਤਾਰ ਜਿਹੜਾ ਲੋਕਾਂ ਨਾਲ ਜੁੜ ਕੇ ਰਹਿੰਦੇ ਨੇ। ਇਸ ਕਰਕੇ ਹੁਣ ਵੀ ਜਿਹੜਾ ਵਾ ਉਹਨਾਂ ਦਾ ਆਧਾਰ ਲਗਾਤਾਰ ਨੌਜਵਾਨਾਂ ਵਿੱਚ ਖਾਸ ਕਰਕੇ ਵੱਧ ਰਿਹਾ ਵਾ। ਸੋ ਇਸ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਸਰਵੇ ਵਿੱਚ ਵੀ ਲਗਾਤਾਰ ਪਾਰਟੀ ਉਹਨਾਂ ਦੀ ਉੱਪਰ ਆ ਰਹੀ ਆ, ਪਰ ਫਿਰ ਵੀ ਸਰਕਾਰ ਬਣਾਉਣ ਤੋਂ ਕੋਹਾਂ ਦੂਰ ਆ। ਪਰ ਇੰਨਾ ਜ਼ਰੂਰ ਹੈ ਕਿ ਆਧਾਰ ਥੋੜਾ ਬਹੁਤ ਐਨਡੀਪੀ ਦਾ ਜ਼ਰੂਰ ਵੱਧਦਾ ਨਜ਼ਰ ਆ ਰਿਹਾ। ਸੋ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕੁਝ ਹੋਰ ਪਾਰਟੀਆਂ ਵੀ ਨੇ ਕੈਨੇਡਾ ਵਿੱਚ, ਜਿਵੇਂ ਆਪਾਂ ਪੀਪੀਸੀ ਦੀ ਪੀਪਲਸ ਪਾਰਟੀ ਆਫ ਕੈਨੇਡਾ ਦੀ ਵੀ ਗੱਲ ਕਰ ਸਕਦੇ ਹਾਂ, ਜੋ ਕਿ ਕੰਜ਼ਰਵੇਟਿਵ ਚੋਂ ਨਿਕਲ ਕੇ ਬਣੀ ਸੀ। ਹਾਲਾਂਕਿ ਪਿਛਲੀਆਂ ਚੋਣਾਂ 'ਚ ਕਾਫੀ ਨਿਰਾਸ਼ਾ ਮਿਲੀ ਸੀ। ਪਹਿਲੀ ਚੋਣ ਉਹਨਾਂ ਦੀ ਪਾਰਟੀ ਨੇ ਲੜੀ ਸੀ ਜਦੋਂ ਬਰਨਬੀ ਦੇ ਵਿੱਚ ਬਾਈ ਇਲੈਕਸ਼ਨ ਹੋਈ ਸੀ, ਜਿੱਥੇ ਜਗਮੀਤ ਸਿੰਘ ਉਹਨਾਂ ਦੀ ਪਹਿਲੀ ਇਲੈਕਸ਼ਨ ਸੀ, ਉੱਥੇ ਵੀ ਉਹਨਾਂ ਦੀ ਹਾਰ ਹੋਈ। ਇਸ ਤੋਂ ਬਾਅਦ ਜਦੋਂ ਫੈਡਰਲ ਇਲੈਕਸ਼ਨ ਆਏ ਤਾਂ ਉਹਦੇ ਵਿੱਚ ਵੀ ਜਿਹੜਾ ਸੀ ਉਹਨਾਂ ਨੂੰ ਇੱਕ ਵੀ ਪਾਰਟੀ ਨਹੀਂ ਮਿਲੀ ਤੇ ਉਹਨਾਂ ਦੇ ਆਪਣੇ ਲੀਡਰ ਜਿਹੜੇ ਸੀ ਪਾਰਟੀ ਦੇ ਉਹ ਵੀ ਚੋਣ ਹਾਰ ਗਏ। ਸੋ ਇਸ ਵਾਰ ਵੀ ਲੱਗਦਾ ਕਿ ਕੋਈ ਵੱਡੀ ਕਿਉਂਕਿ ਸਰਵੇ ਵਿੱਚ ਕੋਈ ਵੀ ਸੀਟ ਜਿਹੜੀ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਤੇ ਵੋਟ ਪਰਸੈਂਟ ਵੀ ਬਹੁਤ ਘੱਟ ਦਿਖਾਈ ਦੇ ਰਿਹਾ। ਪਰ ਇਹ ਜ਼ਰੂਰ ਹੈ ਕਿ ਜਿੰਨਾ ਵੀ ਉਹ ਖੋਰਾ ਲਾਵੇਗੀ, ਮੰਨਿਆ ਜਾਂਦਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਲੱਗੇਗਾ, ਕਿਸੇ ਹੋਰ ਪਾਰਟੀਆਂ ਨੂੰ ਉਹਦਾ ਬਹੁਤਾ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜਿਹੜੀ ਹੋਰ ਪਾਰਟੀ ਜਿਹੜੀ ਕਾਫੀ ਚਰਚਾ ਵਿੱਚ ਰਹਿੰਦੀ ਆ, ਉਹਦੀ ਆਪਾਂ ਗੱਲ ਕਰਦੇ ਹਾਂ ਗ੍ਰੀਨ ਪਾਰਟੀ ਦੀ, ਕਿਉਂਕਿ ਗ੍ਰੀਨ ਪਾਰਟੀ ਨੂੰ ਇੱਕ ਤਾਂ ਲੀਡਰ ਵੀ ਨਵਾਂ ਮਿਲ ਗਿਆ। ਜਿਹੜੇ ਪੁਰਾਣੇ ਲੀਡਰ ਸੀ ਉਹ ਆਪਣਾ ਅਹੁਦਾ ਛੱਡ ਗਏ ਆ ਤੇ ਨਵੇਂ ਲੀਡਰ ਇਸ ਵਕਤ ਸੀਟ ਉੱਤੇ ਬੈਠੇ ਨੇ। ਪਰ ਗ੍ਰੀਨ ਪਾਰਟੀ ਜਿਹੜੀ ਆ ਉਹ ਲਗਾਤਾਰ ਹਾਲਾਂਕਿ ਵਾਤਾਵਰਨ ਨਾਲ ਜੁੜੇ ਮੁੱਦੇ ਚੱਕ ਰਹੀ ਆ। ਕਲਾਈਮੇਟ ਚੇਂਜ ਇੱਕ ਵੱਡਾ ਮੁੱਦਾ ਰਿਹਾ। ਐਨਡੀਪੀ ਵੀ ਜਿਹੜਾ ਇਸ ਮੁੱਦੇ ਉੱਤੇ ਚੋਣਾਂ ਲੜਦੀ ਆ। ਜਸਟਿਨ ਟਰੂਡੋ ਵੀ ਲਗਾਤਾਰ ਦਾਅਵਾ ਕਰਦੇ ਆ ਕਿ ਉਹ ਕਲਾਈਮੇਟ ਚੇਂਜ ਤੇ ਕੰਮ ਕਰ ਰਹੇ ਨੇ, ਜਦਕਿ ਕੰਜ਼ਰਵੇਟਿਵ ਵਿੱਚ ਬਹੁਤੇ ਲੋਕ ਹਲੇ ਇਹ ਮੰਨ ਰਹੇ ਆ ਕਿ ਕਲਾਈਮੇਟ ਦਾ ਕੋਈ ਮੁੱਦਾ ਨਹੀਂਗਾ। ਔਰ ਇਹ ਵੀ ਇੱਕ ਪ੍ਰਮਾਣ ਅਸੀਂ ਮਿਲ ਸਕਦੇ ਕਿ ਬੀਤੇ ਦਿਨ ਇਸੇ ਤਰੀਕੇ ਦੀ ਵੋਟਿੰਗ ਵੀ ਜਿਹੜੀ ਹੋਈ ਸੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਉਹ 'ਚ ਵੀ ਨਿਕਲ ਕੇ ਸਾਹਮਣੇ ਆਇਆ ਸੀ ਕਿ ਇਹ ਕੋਈ ਬਹੁਤਾ ਮੁੱਦਾ ਹੈ ਨਹੀਂਗਾ। ਸੋ ਪਰ ਗ੍ਰੀਨ ਪਾਰਟੀ ਦੇ ਜਿਹੜੇ ਪੂਰੇ ਦਾ ਪੂਰਾ ਜ਼ੋਰ ਲੱਗਾ ਹੁੰਦਾ ਉਹ ਵਾਤਾਵਰਨ ਦੇ ਮੁੱਦਿਆਂ ਉੱਤੇ, ਕਲਾਈਮੇਟ ਦੇ ਮੁੱਦਿਆਂ ਉੱਤੇ, ਪਰ ਉਨੀ ਵੱਡੀ ਸਫਲਤਾ ਹਾਲੇ ਬਹੁਤੀ ਮਿਲਦੀ ਨਜ਼ਰ ਨਹੀਂ ਆ ਰਹੀ ਆ।
ਔਰ CBC ਉਹਨੂੰ 3 ਸੀਟਾਂ ਜਿਤਾ ਰਿਹਾ ਇਸ ਵਕਤ ਸਰਵੇ ਦੇ ਵਿੱਚ। ਸੋ ਦੇਖਣਾ ਇਹ ਬਣਦਾ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ, ਕਿਉਂਕਿ ਜਦੋਂ ਗ੍ਰੇਟਾ ਥਨਬਰਗ ਕੈਨੇਡਾ ਆਈ ਸੀ ਤਾਂ ਵੈਨਕੂਵਰ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਜਿਹੜੇ ਸੀ, ਬੱਚੇ ਜਿਹੜੇ ਸੀਗੇ, ਉਹ ਉੱਥੇ ਪਹੁੰਚੇ ਸੀ ਸਮਰਥਨ ਦੇ ਵਿੱਚ, ਤੇ ਲਗਾਤਾਰ ਕਲਾਈਮੇਟ ਚੇਂਜ ਦੀ ਗੱਲ ਵੀ ਕੀਤੀ ਜਾਂਦੀ ਆ। ਪਰ ਚੋਣਾਂ ਦੇ ਵਿੱਚ ਇਹਦਾ ਕਿੰਨਾ ਕੁ ਅਸਰ ਹੁੰਦਾ ਹੈ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ। ਪਰ ਸਰਵੇ ਵਿੱਚ ਹੱਲੇ ਪਾਰਟੀ ਕਾਫੀ ਪਿੱਛੇ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਇੱਕ ਹੋਰ ਪਾਰਟੀ ਦੀ ਗੱਲ ਕਰੀਏ ਤਾਂ ਬਲਾਕ ਕਿਊਬਕ ਦੀ, ਤਾਂ ਉਹ ਇੱਕ ਖੇਤਰੀ ਪਾਰਟੀ ਹੈ ਜੋ ਕਿ ਕਿਊਬਕ ਦੇ ਵਿੱਚ ਇਲੈਕਸ਼ਨ ਲੜਦੀ ਹੈ। ਹਾਲਾਂਕਿ ਪਿਛਲੀ ਵਾਰ ਉਹਨਾਂ ਨੇ ਉੱਥੋਂ 32 ਸੀਟਾਂ ਜਿੱਤੀਆਂ ਸੀ ਤੇ ਇੱਕ ਕੀ ਰੋਲ ਉਹਨਾਂ ਕੋਲ ਵੀ ਆ ਸਕਦਾ ਸੀ, ਪਰ ਕਿਸੇ ਨਾ ਕਿਸੇ ਤਰੀਕੇ ਇਹ ਕੀ ਰੋਲ ਜਿਹੜਾ ਸੀ ਉਹ ਜਗਮੀਤ ਸਿੰਘ ਹੋਰਾਂ ਨੇ ਆਪਣੇ ਕੋਲ ਰੱਖਿਆ ਤੇ ਬਲਾਕ ਕਿਊਬਕ ਪਾਰਟੀ ਬਹੁਤੀ ਜਿਹੜੀ ਆ ਉਹ ਲਿਬਰਲਸ ਦੇ ਅਗੇਂਸਟ ਜਿਹੜੀ ਆ ਉਹ ਭੁਗਤਦੀ ਨਜ਼ਰ ਆਈ। ਤੇ ਹੁਣ ਵੀ ਜਿਹੜਾ ਸਿੱਧਾ ਮੁਕਾਬਲਾ ਕਿਤੇ ਨਾ ਕਿਤੇ ਉਹ ਬਲਾਕ ਕਿਊਬਕ ਤੇ ਲਿਬਰਲਸ ਦਾ ਹੁੰਦਾ ਨਜ਼ਰ ਆ ਰਿਹਾ ਵਾ। ਹਾਲਾਂਕਿ ਕੁਝ ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ, ਪਰ ਦਿਲਚਸਪ ਰਹੇਗਾ ਕਿ ਖਾਸ ਕਰਕੇ ਜਿਹੜੀਆਂ ਦੋ ਵੱਡੀਆਂ ਪ੍ਰੋਵਿੰਸਸ ਨੇ, ontario ਅਤੇ ਕਿਊਬਕ, ਕਿਉਂਕਿ ਸਭ ਤੋਂ ਵੱਧ ਸੀਟਾਂ ਵੀ ਇਹਨਾਂ ਦੋਨਾਂ ਪ੍ਰੋਵਿੰਸਸ ਕੋਲ ਆ। ਸੋ ਜਿਹੜੀ ਵੀ ਪਾਰਟੀ ਉੱਥੇ ਵਧੀਆ ਪ੍ਰਦਰਸ਼ਨ ਕਰੇਗੀ ਤਾਂ ਉੱਥੇ ਜਿਹੜਾ ਵਾ ਇੱਕ ਸਰਕਾਰ ਦੇ ਨੇੜੇ ਹੋ ਕੇ, ਜਾਂ ਅਸੀਂ ਕਹਿ ਸਕਦੇ ਕਿ ਮੁਹੰਮਦ ਦੇ ਨੇੜੇ ਜਿਹੜਾ ਉਹ ਪਹੁੰਚੇਗੀ। 2019 ਦੀਆਂ ਚੋਣਾਂ ਦੇ ਵਿੱਚ ਇੱਕ ਹੋਰ ਸੂਬਾ ਚਰਚਾ ਦਾ ਵਿਸ਼ਾ ਰਿਹਾ ਸੀ, ਉਹ ਸੀ ਅਲਬਰਟਾ, ਕਿਉਂਕਿ ਅਲਬਰਟਾ ਦੇ ਵਿੱਚ ਲਿਬਰਲਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ। ਇੱਥੋਂ ਤੱਕ ਉਹਨਾਂ ਦੇ ਕੈਬਨਿਟ ਮੰਤਰੀ ਜਿਹੜੇ ਸੀ ਅਮਰਜੀਤ ਸੋਹੀ, ਉਹ ਵੀ ਚੋਣ ਹਾਰ ਗਏ ਸੀਗੇ ਤੇ ਇੱਕ ਵੀ ਸੀਟ ਜਿਹੜੀ ਉੱਥੋਂ ਨਸੀਬ ਨਹੀਂ ਹੋਈ ਸੀ। ਪੂਰੇ ਨੇ ਪੂਰੇ ਜਿਹੜਾ ਉੱਥੇ ਕਲੀਨ ਸਵੀਪ ਲਿਬਰਲਸ ਦਾ ਹੋ ਗਿਆ ਸੀਗਾ, ਕਿਉਂਕਿ ਜਿਹੜਾ ਉੱਥੇ ਪਾਈਪਲਾਈਨ ਦੇ ਮੁੱਦੇ ਉਹ ਲਗਾਤਾਰ ਉਲਝਦੇ ਨਜ਼ਰ ਆ ਰਹੇ ਆ। ਉਹਨੂੰ ਜਸਟਿਨ ਟਰੂਡੋ ਦੀ ਸਰਕਾਰ ਹੱਲ ਨਹੀਂ ਕਰ ਸਕੀ, ਇਸ ਕਰਕੇ ਉੱਥੇ ਭਾਰੀ ਨੁਕਸਾਨ ਜਿਹੜਾ ਉਹ ਸਹਿਣਾ ਪਿਆ। ਹਾਲਾਂਕਿ NDP ਨੇ ਉੱਥੇ ਆਪਣਾ ਖਾਤਾ ਖੋਲ੍ਹਿਆ ਸੀ, ਪਰ 1% ਜਿੱਤ ਜਿਹੜੀ ਆ ਉਹ ਉੱਥੋਂ ਕੰਜ਼ਰਵੇਟਿਵ ਪਾਰਟੀ ਦੀ ਹੋਈ ਸੀ। ਸੋ ਉੱਥੇ ਵੀ ਜਸਟਿਨ ਟਰੂਡੋ ਫੋਕਸ ਕਰ ਰਿਹਾ ਕਿ ਉੱਥੇ ਆਪਣਾ ਪ੍ਰਦਰਸ਼ਨ ਸੁਧਾਰਿਆ ਜਾਵੇ। ਜੇਕਰ ਉੱਥੇ ਪ੍ਰਦਰਸ਼ਨ ਠੀਕ ਹੁੰਦਾ, ਕੁਝ ਉੱਥੋਂ ਸਮਰਥਨ ਲੋਕਾਂ ਦਾ ਮਿਲ ਜਾਂਦਾ, ਤਾਂ ਸ਼ਾਇਦ ਅੱਜ ਜਿਹੜੀ ਆ ਕੈਨੇਡਾ ਦੇ ਵਿੱਚ ਉਹਨਾਂ ਦੀ ਮੈਜੋਰਟੀ ਹੁੰਦੀ। ਪਰ ਦੇਖਦੇ ਆ ਕਿ ਹੁਣ ਅਗਲੀਆਂ ਇਲੈਕਸ਼ਨਾਂ ਤੱਕ ਉੱਥੇ ਕੀ ਸੁਧਾਰ ਹੋਇਆ। ਸੋ ਇਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਇਹ ਸਿਆਸੀ ਹਾਲਾਤ ਜਿਹੜੇ ਆ ਬਣੇ ਹੋਏ ਆ। ਸੋ ਸਰਵੇ ਵੀ ਤੁਹਾਡੇ ਅੱਗੇ ਰੱਖੇ ਆ, ਸਿਆਸੀ ਪਾਰਟੀਆਂ ਦੇ ਕੀ ਹਾਲਾਤ ਉਹ ਵੀ ਤੁਹਾਡੇ ਅੱਗੇ ਰੱਖੇ ਆ। ਸੋ ਚੋਣਾਂ ਦੇ ਜਿਹੜੇ ਹਾਲਾਤ ਆ ਉਹ ਬਣਦੇ ਨਜ਼ਰ ਆ ਰਹੇ ਆ। ਸੋ ਦੇਖਦੇ ਆ ਕਿ ਕਦੋਂ ਤੱਕ ਇਹ ਚੋਣਾਂ ਦਾ ਐਲਾਨ ਹੁੰਦਾ ਆ। ਸੋ ਜੋ ਵੀ ਹੋਵੇਗਾ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।